सत श्री अकाल दोस्तों, थमें पुआधी टीवी देख रहे हो। मैं हाँ धनवंत सिंह कमान लेकर हाजिर एक नवा एपीसोड जिसके विच असीं गलबात करांगे एक विशेष समाज के मुद्दे पर विशेष पक्ष पर। जिस तरह असीं हर बारी गलबात करते रहा, इसी तरह अज गलबात करांगे असीं महंगाई के उपर, क्योंकि महंगाई दिन प्रतिदिन जिहड़ी है कि वधदी जा रही आ। आम बंदा जिहड़ा उसकी दो वक्त की रोटी भी आ वो मुश्किल होई पई आ, दो वक्त की रोटी का गुजारा भी है जिहड़ा मुश्किल होया पिया। डीजल पेट्रोल दी कीमतां लगातार वध रहीआं, जिथा कि आवाजाही के उपर प्रभाव पै रहा, उत्था रसोई गैस की कीमतां वधण नाल बंदे नूं जिहड़ा कि घरेलू आ जिहड़ा अपना खर्चा करना वो भी औखा होया पिया। सो इन्हां सारे मुद्दों पर चर्चा करांगे भी महंगाई किस तरह कंट्रोल हो सका, या फिर किसकी जिम्मेवारी है जो महंगाई किस तरह वध रही है, सरकार अपने फर्ज किस तरह निभा रही है। जो सारे मुद्दों पर चर्चा करने वास्ते हमारे गैल मौजूद हाँ डॉक्टर भीमिंदर जी। सब तो पहला कर लिए स्वागत डॉक्टर साहब, सत श्री अकाल जी। सत श्री अकाल, आदाब, नमस्कार, सब दा बहुत बहुत शुक्रिया। डॉक्टर साहब, सब तो पहला मेरा क्वेश्चन यही है कि महंगाई जिहड़ी वध रही है जी, असल च उहदा कारण की मानते हो तुसीं भी? कारण की है भी जिहड़ी महंगाई इन्नी लगातार तेजी नाल वध रही है? क्योंकि पिछले जिहड़े 15-20 सालों दे विच बहुत तेजी नाल महंगाई वधी है, की कारण मानते हो? ਘੁਮਾਣ ਸਾਹਿਬ, ਇਹਦਾ ਬੁਨਿਆਦੀ ਕਾਰਨ ਜਦੋਂ ਅਸੀਂ ਮਹਿੰਗਾਈ ਦਾ ਵੇਖਦੇ ਹਾਂ ਜੀ ਤਾਂ ਬੁਨਿਆਦੀ ਕਾਰਨ ਹੈ ਸਰਕਾਰਾਂ ਦੀਆਂ ਨੀਤੀਆਂ। ਜੀ ਸਰਕਾਰਾਂ ਕੀ ਕਰਦੀਆਂ ਨੇ ਆਪਣੇ ਫਾਇਦੇ ਲਈ? ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਹੁਣ ਮੰਨ ਲਓ ਆਪਾਂ ਪੈਟਰੋਲ ਡੀਜ਼ਲ ਦੀ ਗੱਲ ਕਰਦੇ ਹਾਂ, ਜੀ ਹਾਲਾਂਕਿ ਡੀਜ਼ਲ ਜਿਹਦਾ ਅੰਤਰਰਾਸ਼ਟਰੀ ਰੇਟ ਹੈ ਉਹ ਘਟ ਰਿਹਾ ਹੈ ਜਾਂ ਉੱਥੇ ਸਟੇਬਲ ਹੈ, ਪਰ ਸਾਨੂੰ ਉਹ ਲਗਾਤਾਰ ਵਧਾਈ ਜਾ ਰਹੀਆਂ ਨੇ। ਉਹਦਾ ਕਾਰਨ ਹੈ ਕਿ ਸਰਕਾਰਾਂ ਆਪ ਵਿੱਚੋਂ ਟੈਕਸ ਕਮਾਉਣਾ ਚਾਹੁੰਦੀਆਂ ਨੇ, ਚਾਹੇ ਪੰਜਾਬ ਦੀ ਸਰਕਾਰ ਹੈ ਚਾਹੇ ਸੈਂਟਰ ਦੀ ਸਰਕਾਰ ਹੈ। ਇਹ ਟੈਕਸ ਤੇ ਟੈਕਸ ਆਪਣਾ ਵਧਾਈ ਜਾ ਰਹੀਆਂ ਨੇ, ਜਿਹਦੇ ਕਰਕੇ ਚੀਜ਼ਾਂ ਕੰਟਰੋਲ ਨਹੀਂ ਹੋ ਰਹੀਆਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਚਾਹੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਰੋਨਾ ਕਰਕੇ ਬਹੁਤ ਸਾਰੀਆਂ ਸਾਡੀਆਂ ਫੈਕਟਰੀਆਂ ਬੰਦ ਹੋ ਗਈਆਂ, ਬਹੁਤ ਸਾਰੇ ਮਜ਼ਦੂਰਾਂ ਦੇ ਜਿਹੜੇ ਕੰਮਕਾਰ ਸੀਗੇ ਉਹ ਬੰਦ ਹੋ ਗਏ, ਖਤਮ ਹੋ ਗਏ। ਇਸ ਤੋਂ ਇਲਾਵਾ ਕਿਸਾਨੀ ਜਿਹੜੀ ਵਿਚਾਰੀ ਆਪਾਂ ਨੂੰ ਪਤਾ ਹੈ ਕਿ ਇਸ ਵੇਲੇ ਸੰਘਰਸ਼ਾਂ ਦੇ ਰਾਹ ਪਈ ਹੋਈ ਹੈ, ਮੁਲਾਜ਼ਮ ਆਪਣਾ ਸੰਘਰਸ਼ ਕਰ ਰਹੇ ਨੇ। ਸੋ ਕਹਿਣ ਤੋਂ ਭਾਵ ਹੈ ਵੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਹਰ ਤਬਕਾ ਇਸ ਵੇਲੇ ਦੁਖੀ ਹੈ, ਔਰ ਉਹਦੇ ਕਰਕੇ ਕੀ ਹੋ ਰਿਹਾ ਕਿ ਮਹਿੰਗਾਈ ਜ਼ਮੀਨ ਜਿਹੜਾ ਹੈਗਾ ਅਸਮਾਨ ਜਿਹੜੀ ਹੈਗਾ ਅਸਮਾਨਾਂ ਨੂੰ ਛੂਹ ਰਹੀ ਹੈ। ਔਰ ਨਤੀਜਾ ਕੀ ਨਿਕਲ ਰਿਹਾ ਕਿ ਜਿਵੇਂ ਤੁਸੀਂ ਕਿਹਾ ਕਿ ਆਮ ਬੰਦੇ ਨੂੰ ਅੱਜ ਰੋਟੀ ਖਾਣਾ ਵੀ ਜਿਹੜਾ ਹੈਗਾ ਉਹ ਮੁਹਾਲ ਹੋਇਆ ਪਿਆ, ਔਖਾ ਹੋਇਆ ਪਿਆ। ਸੋ ਇਸ ਕਰਕੇ ਸਰਕਾਰਾਂ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਗਲਤ ਨੀਤੀਆਂ ਨੇ, ਜਿਹਦੇ ਕਰਕੇ ਉਹ ਪ੍ਰਾਈਵੇਟ ਕੰਪਨੀਆਂ ਨੂੰ, ਅਦਾਰਿਆਂ ਨੂੰ, ਉਹਨਾਂ ਨੂੰ ਮੁਨਾਫੇ ਪਹੁੰਚਾਉਣਾ ਚਾਹੁੰਦੀ ਹੈ। ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਉਹਨਾਂ ਨੇ ਜਦੋਂ ਤੋਂ ਪ੍ਰਾਈਵੇਟ ਹੱਥਾਂ 'ਚ ਦਿੱਤਾ ਹੈ ਪੈਟਰੋਲ ਔਰ ਡੀਜ਼ਲ, ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਹਰ ਰੋਜ਼ ਹੀ ਮਤਲਬ ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨਾ ਵਧਦੀਆਂ ਹੋਣ, ਚਾਹੇ 2 ਪੈਸੇ ਵਧਣ, ਚਾਹੇ 5 ਪੈਸੇ ਵਧਣ, ਚਾਹੇ ਵਧਣ। ਸੋ ਇਸ ਕਰਕੇ ਹਰ ਰੋਜ਼ ਕੀਮਤਾਂ ਵਧ ਰਹੀਆਂ ਨੇ। ਜੇ ਤੁਸੀਂ ਪੈਟਰੋਲ ਡੀਜ਼ਲ ਨੂੰ ਵਧਾਓਗੇ ਰੇਟ ਉਹਨਾਂ ਦੇ, ਤਾਂ ਉਹਦੇ ਨਾਲ ਕੀ ਹੋਏਗਾ ਕਿ ਹਰ ਚੀਜ਼ ਵਧੇਗੀ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਟਰਾਂਸਪੋਰਟ ਦੇ ਉੱਤੇ ਹਰ ਚੀਜ਼ ਨੇ ਆਉਣਾ ਹੈ ਔਰ ਮਸ਼ੀਨਾਂ ਨਾਲ ਚੱਲਣਾ ਹੈ, ਪਾਵਰ ਨਾਲ ਚੱਲਣਾ ਹੈ। ਸੋ ਕਿਉਂਕਿ ਪੈਟਰੋਲ ਡੀਜ਼ਲ ਨਾਲ ਹਰ ਚੀਜ਼ ਜੁੜੀ ਹੋਈ ਹੈ, ਸੋ ਇਸ ਕਰਕੇ ਇਕੱਲਾ ਪੈਟਰੋਲ ਡੀਜ਼ਲ ਦਾ ਰੇਟ ਨਹੀਂ ਵੱਧਦਾ। ਉਹਦੇ ਨਾਲ ਕੀ ਹੋਏਗਾ ਕਿ ਹਰ ਚੀਜ਼ ਦਾ ਜਿਹੜੀ ਵੀ ਬਾਜ਼ਾਰ ਦੇ ਵਿੱਚ ਅਵੇਲੇਬਲ ਹੈ, ਵਿਕਦੀ ਹੈ, ਉਹਦਾ ਰੇਟ ਉਹਨਾਂ ਨੇ ਵਧਾਉਣਾ ਹੀ ਵਧਾਉਣਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਔਰ ਇਹਨਾਂ ਨੀਤੀਆਂ ਨੂੰ ਉਹ ਲਾਗੂ ਕਰਦੇ ਨੇ। ਔਰ ਇਹਦੇ ਵਿੱਚ ਇਹ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਇਸ ਵੇਲੇ, ਜੇ ਆਪਾਂ ਕਹਿ ਰਹੇ ਹਾਂ ਕਿ ਮਲਟੀਨੇਸ਼ਨਲ ਕੰਪਨੀਆਂ, ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਉਹ ਉਹਨਾਂ ਦਾ ਕਰੋੜਾਂ ਰੁਪਇਆ ਮਾਫ ਕਰਦੀਆਂ ਨੇ। ਤੁਸੀਂ ਸੁਣਿਆ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ, ਚਾਹੇ ਵੱਡੇ ਵੱਡੇ ਜਿਹੜੇ ਅਦਾਰੇ ਨੇ, ਅਡਾਨੀ ਅਬਾਨੀ ਵਰਗੇ, ਇਹਨਾਂ ਨੂੰ ਉਹਨਾਂ ਨੇ ਬਹੁਤ ਸਾਰਾ ਜਿਹੜਾ ਹੈਗਾ ਉਹਨਾਂ ਦਾ ਕਰਜ਼ ਮਾਫ ਕੀਤਾ, ਉਹਨਾਂ ਨੂੰ ਪੈਸਿਆਂ ਦੀ ਮਾਫੀ ਦਿੱਤੀ। ਸੋ ਜਿਹਦੇ ਕਰਕੇ ਉਹ ਬੋਝ ਸਾਰਾ ਕਿੱਥੇ ਪੈਂਦਾ ਹੈ? ਆਮ ਲੋਕਾਂ ਤੇ ਪੈਂਦਾ ਹੈ। ਇਸੇ ਤਰ੍ਹਾਂ ਤੁਸੀਂ ਬਿਜਲੀ ਦੀ ਗੱਲ ਸੁਣੀ ਹੋਏਗੀ ਕਿ ਬਿਜਲੀ ਉਹਨਾਂ ਨੇ ਬਿਜਲੀ ਕੰਪਨੀਆਂ ਦੇ ਨਾਲ ਸਮਝੌਤੇ ਕਰ ਲਏ। ਹੁਣ ਬੋਝ ਕਿੱਥੇ ਪੈ ਗਿਆ? ਅੱਜ ਜੇ ਉਹ ਆਪਣਾ ਜਿਹੜਾ ਬਿਜਲੀ ਤਿਆਰ ਹੋ ਰਹੀ ਹੈ ਪੰਜਾਬ ਦੇ ਵਿੱਚ, ਉਹ 4 ਜਾਂ 5 ਰੁਪਏ 'ਚ ਹੋ ਰਹੀ ਹੈ, ਪਰ ਸਾਨੂੰ ਮਿਲਦੀ ਕੀ ਰੇਟ ਹੈ? 12-13 ਰੁਪਏ ਨੂੰ ਮਿਲ ਰਹੀ ਹੈ। ਸੋ ਕਹਿਣ ਦਾ ਭਾਵ ਹੈ ਵੀ ਜਦੋਂ ਤੁਸੀਂ ਆਪਣੀਆਂ ਨੀਤੀਆਂ ਦੇ ਰਾਹੀਂ ਪ੍ਰਾਈਵੇਟ ਕੰਪਨੀਆਂ ਨੂੰ, ਪ੍ਰਾਈਵੇਟ ਲੋਕਾਂ ਨੂੰ, ਪ੍ਰਾਈਵੇਟ ਜਿਹੜੇ ਕਾਰਪੋਰੇਟ ਹੈ ਉਹਨਾਂ ਨੂੰ ਫਾਇਦੇ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਉਹ ਸਾਰਾ ਬੋਝ ਜਿਹੜਾ ਹੈਗਾ ਆਮ ਲੋਕਾਂ 'ਤੇ ਪੈਂਦਾ ਹੈ। ਸੋ ਉਹਦੇ ਕਰਕੇ ਮਹਿੰਗਾਈ ਵੱਧਦੀ ਹੈ। ਸੋ ਆਮ ਲੋਕ ਵਿਚਾਰੇ ਪਿਸੇ ਜਾਂਦੇ ਨੇ ਔਰ ਉਹਨਾਂ ਨੂੰ ਪੁੱਛਦਾ ਕੋਈ ਨਹੀਂ, ਉਹ ਸੜਕਾਂ 'ਤੇ ਧੱਕੇ ਖਾਂਦੇ ਨੇ। ਤੁਸੀਂ ਕਿਸਾਨ ਦੇਖ ਲਓ, ਤੁਸੀਂ ਮੁਲਾਜ਼ਮ ਦੇਖ ਲਓ, ਤੁਸੀਂ ਮਜ਼ਦੂਰ ਦੇਖ ਲਓ, ਤੁਸੀਂ ਆਮ ਤਬਕੇ ਜਿਹੜਾ ਅਧਿਆਪਕ ਦੇਖ ਲਓ, ਹਰ ਬੰਦਾ ਜਿਹੜਾ ਹੈਗਾ ਇਸ ਵੇਲੇ ਮਹਿੰਗਾਈ ਤੋਂ ਦੁਖੀ ਹੈ ਔਰ ਹਰ ਬੰਦੇ ਦਾ ਜਿਹੜਾ ਹੈਗਾ ਇਸ ਵੇਲੇ ਇੱਕ ਚੁੰਬਰ ਨਿਕਲਿਆ ਹੋਇਆ ਹੈ
ਘੁਮਾਣ ਸਾਹਿਬ? ਜੀ ਸਰ, ਇੱਕ ਪਾਸੇ ਜਿਹੜੀ ਮਹਿੰਗਾਈ ਹੈ ਉਹ ਅਸਮਾਨਾਂ ਨੂੰ ਛੂੰਹਦੀ ਜਾ ਰਹੀ ਹੈ, ਆਮ ਲੋਕਾਂ ਨੂੰ ਗੁਜ਼ਾਰਾ ਮੁਸ਼ਕਲ ਹੋਇਆ ਪਿਆ। ਦੂਜੇ ਪਾਸੇ 2022 ਦੀਆਂ ਚੋਣਾਂ ਜਿਹੜੀਆਂ ਨੇੜੇ ਆ ਰਹੀਆਂ ਨੇ, ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਹਾਲੇ ਵੀ ਕਹੀ ਜਾਂਦੀਆਂ ਨੇ ਅਸੀਂ ਇਹ ਚੀਜ਼ ਫ੍ਰੀ ਦੇ ਦਿਆਂਗੇ, ਅਸੀਂ ਬਿਜਲੀ ਫ੍ਰੀ ਦੇ ਦਿਆਂਗੇ, ਕੋਈ ਕਹਿੰਦਾ ਅਸੀਂ ਆਟਾ ਦਾਲ ਤਾਂ ਫ੍ਰੀ ਚਲੋ ਦੇ ਹੀ ਰਹੇ ਨੇ। ਮਤਲਬ ਕਿ ਵੱਡੇ ਵੱਡੇ ਵਾਅਦੇ ਹਾਲੇ ਵੀ ਲੋਕਾਂ ਨਾਲ ਕਰੇ ਜਾ ਰਹੇ ਨੇ। ਜਦੋਂ ਇੱਕ ਪਾਸੇ ਦੇਸ਼ ਮਹਿੰਗਾਈ ਦੀ ਮਾਰ ਚੱਲ ਰਿਹਾ, ਫਿਰ ਦੂਜੇ ਪਾਸੇ ਲੋਕਾਂ ਨੂੰ ਤੁਸੀਂ ਫ੍ਰੀ ਕਿੱਥੋਂ ਦੇ ਦੋਗੇ? ਤੁਸੀਂ ਕਿਵੇਂ ਦੇਖਦੇ ਹੋ ਸਰਕਾਰਾਂ ਦੇ ਜਿਹੜੇ ਦਾਅ ਨੇ, ਇਹਨਾਂ ਨੂੰ ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਜਿਹੜੇ ਜਿਸ ਕਿਸਮ ਦੇ ਮੰਨ ਲਓ ਆਟਾ ਦਾਲ ਸਕੀਮ ਚਲਾਤੀ, ਠੀਕ ਹੈ ਨਾ, ਕਿਸੇ ਨੂੰ ਕਹਿੰਦਾ ਤੁਹਾਨੂੰ ਚਾਹ ਪੱਤੀ ਦੇਵਾਂਗੇ, ਕਿਸੇ ਨੂੰ ਤੇ ਕਹਤਾ ਵੀ ਮਿੱਟੀ ਦਾ ਤੇਲ ਦੇ ਦਾਂਗੇ, ਇਹ ਕਰਾਂਗੇ ਉਹ ਕਰਾਂਗੇ, ਇਦਾਂ ਦੀਆਂ ਜਿਹੜੀਆਂ ਗੱਲਾਂ ਨੇ, ਇਹਦੇ ਨਾਲ ਕੀ ਹੁੰਦਾ ਹੈ ਕਿ ਮਹਿੰਗਾਈ ਜਿਹੜੀ ਹੈਗੀ ਆ ਹੋਰ ਵੱਧਦੀ ਜਾਂਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਹ ਲੋਕਾਂ ਨੂੰ ਅਸੀਂ ਇਦਾਂ ਹੀ ਮਤਲਬ ਬੁਰਕੀਆਂ ਪਾ ਕੇ ਲੋਕਾਂ ਨੂੰ ਟਿਕਾ ਦਿਓ, ਖਾਸ ਤੌਰ ਜਿਹੜਾ ਗਰੀਬ ਤਬਕਾ ਹੈ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਇਦਾਂ ਦੇ ਲਾਰੇ ਦੇ ਨਾਲ ਉਹਨਾਂ ਨੂੰ ਵੜਾ ਲਓ, ਔਰ ਤਾਂ ਕਿ ਉਹ ਬੋਲਣ ਨਾ, ਸੜਕਾਂ 'ਤੇ ਨਾ ਆਉਣ, ਤੇ ਬਾਕੀਆਂ ਨੂੰ ਤੁਸੀਂ ਜਿਹੜੀ ਹੈਗਾ ਉਸੇ ਤਰ੍ਹਾਂ ਲੁੱਟੀ ਜਾਓ। ਸੋ ਉਹਦਾ ਮੇਰਾ ਇਹ ਮੰਨਣਾ ਹੈ ਕਿ ਸਰਕਾਰਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਸਰਕਾਰਾਂ ਨੂੰ ਪਹਿਲੀ ਗੱਲ ਤਾਂ ਕਿ ਤੁਸੀਂ ਰੁਜ਼ਗਾਰ ਕਿਉਂ ਨਹੀਂ ਦਿੰਦੇ? ਜਿਹੜਾ ਕੈਪਟਨ ਸਾਹਿਬ ਨੇ ਮੰਨ ਲਓ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਵੱਡੇ ਵੱਡੇ ਵਾਅਦੇ ਕਰਤੇ ਕਿ ਅਸੀਂ ਰੁਜ਼ਗਾਰ ਘਰ ਘਰ ਰੁਜ਼ਗਾਰ ਦੇਵਾਂਗੇ, ਅਸੀਂ ਇਹ ਕਰਾਂਗੇ ਉਹ ਕਰਾਂਗੇ, ਪਰ ਸਰਕਾਰਾਂ ਕੀ ਕਰਨੇ, ਇੱਦਾਂ ਲਾਰੇ ਲਾ ਕੇ ਲੋਕਾਂ ਤੋਂ ਵੋਟਾਂ ਲੈ ਲੈਂਦੇ ਨੇ ਇੱਕ ਵਾਰੀ, ਔਰ ਮੁੜ ਕੇ ਫਿਰ ਉਹਨਾਂ ਨੂੰ ਮਿਲਦੇ ਵੀ ਨਹੀਂ ਹੈਗੇ। ਮਤਲਬ ਨੌਕਰੀ ਤਾਂ ਕੀ ਦੇਣੀ ਹੈ, ਅੱਜ ਤੱਕ ਕੈਪਟਨ ਸਾਹਿਬ ਮੁੜ ਕੇ ਉਹਨਾਂ ਦੀ ਸ਼ਕਲ ਤੱਕ ਨਹੀਂ ਦੇਖੀ ਆਮ ਲੋਕਾਂ ਨੇ। ਅਸਲ 'ਚ ਜਿਹੜੇ ਨੌਕਰੀਆਂ ਮੰਗਣ ਆਉਂਦੇ ਨੇ ਉਹਨਾਂ ਦੇ ਡਾਂਗਾਂ ਵੀ ਮਾਰੀਆਂ ਜਾਂਦੀਆਂ ਨੇ, ਉੱਤੋਂ ਡਾਂਗਾਂ। ਹਾਂ, ਆਪਾਂ ਨੂੰ ਵੀ ਪਤਾ ਹੈ ਕਿ ਵਿਚਾਰੇ ਉਹ ਕੋਈ ਟਾਵਰ ਤੇ ਚੜੇ ਹੋਏ ਨੇ, ਕੋਈ ਨਹਿਰਾਂ 'ਚ ਛਾਲਾਂ ਮਾਰੀ ਜਾਂਦੇ ਨੇ, ਕੋਈ ਵਿਚਾਰੇ ਸੜਕਾਂ 'ਤੇ ਬੈਠੇ ਨੇ, ਕੋਈ ਕਿਸੇ ਨੇ ਮੋਹਾਲੀ ਦੇ ਵਿੱਚੋਂ ਦਫ਼ਤਰ ਘੇਰੇ ਹੋਏ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਆਮ ਲੋਕ ਨੇ ਉਹ ਵਿਚਾਰੇ ਸੜਕਾਂ 'ਤੇ ਰੁਲ ਜਾਂਦੇ ਨੇ। ਤੁਸੀਂ ਇਹਨਾਂ ਨੂੰ, ਗਰੀਬ ਬੰਦਿਆਂ ਨੂੰ, ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਅਸੀਂ ਦਾਲ, ਚੀਨੀ, ਚਾਹ ਪੱਤੀ, ਆਟਾ, ਗੁੜ, ਕਣਕ ਜਿਹੜੀ ਹੈਗੀ ਆ ਉਹ ਫ੍ਰੀ ਕਰ ਦਿਆਂਗੇ। ਸੋ ਉਹਦੇ ਕਰਕੇ ਉਹ ਵਿਚਾਰੇ ਲਾਲਚ 'ਚ ਆ ਕੇ, ਜਾਂ ਉਹਨਾਂ ਨੂੰ ਕਈ ਵਾਰੀ ਹੁੰਦਾ ਕਿ ਸ਼ਰਾਬ, ਨਸ਼ੇ ਵੰਡੇ ਜਾਂਦੇ ਨੇ, ਪੈਸੇ ਦਿੱਤੇ ਜਾਂਦੇ ਨੇ ਵੋਟਾਂ ਲੈਣ ਦੇ ਲਈ। ਸੋ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਜਿਹਦੇ ਕਰਕੇ ਵੋਟਾਂ ਲੈ ਲਈਆਂ ਜਾਂਦੀਆਂ ਨੇ, ਇੱਕ ਵਾਰ ਜਿੱਤ ਜਾਂਦੇ ਨੇ ਪਾਰਟੀਆਂ, ਵੱਖ-ਵੱਖ ਪਾਰਟੀਆਂ, ਔਰ ਮਹਿੰਗਾਈ ਉਸੇ ਤਰ੍ਹਾਂ ਵੱਧਦੀ ਰਹਿੰਦੀ ਹੈ। ਇਹ ਸਿਸਟਮ ਉੱਦਾਂ ਹੀ ਚੱਲਦਾ ਰਹਿੰਦਾ ਹੈ, ਔਰ ਸਰਕਾਰਾਂ ਦੇ ਰੰਗ ਜਿਹੜੇ ਨੇ ਉਹ ਬਦਲ ਜਾਂਦੇ ਨੇ। ਕਦੇ ਅਕਾਲੀ ਦਲ ਆ ਜਾਂਦਾ ਹੈ ਔਰ ਕਦੇ ਕਾਂਗਰਸ ਆ ਜਾਂਦੀ ਹੈ, ਫਿਰ ਉਹ ਆ ਜਾਂਦਾ, ਮਤਲਬ ਵਾਰੀ ਬੰਨੀ ਹੋਈ ਹੈ ਇੱਕ ਦੂਜੇ ਦੀ, ਪਰ ਸਿਸਟਮ ਜਿਹੜਾ ਹੈਗਾ ਉਵੇਂ ਚੱਲ ਰਿਹਾ ਹੈ। ਮਹਿੰਗਾਈ ਉਵੇਂ, ਜਿਵੇਂ ਤੁਸੀਂ ਕਿਹਾ ਕਿ 15-20 ਸਾਲਾਂ ਤੋਂ ਲਗਾਤਾਰ ਅਸਮਾਨਾਂ ਨੂੰ ਮਹਿੰਗਾਈ ਛੂ ਰਹੀ ਹੈ। ਇਹਦੇ 'ਚ ਆਪਾਂ ਨਹੀਂ ਕਹਿ ਸਕਦੇ ਕਿ ਆਮ ਲੋਕਾਂ ਦੀ ਸਰਕਾਰ ਹੈ। ਲੋਕ ਕਹਿਣ ਨੂੰ ਲੋਕਤੰਤਰ ਹੈ, ਇਹ ਕਹਿੰਦੇ ਨੇ ਕਿ ਲੋਕਾਂ ਦੀ ਸਰਕਾਰ ਹੈ, ਲੋਕਾਂ ਦਾ ਰਾਜ ਹੈ, ਪਰ ਹੁੰਦਾ ਕੀ ਹੈ ਕਿ ਇਹ ਲੋਕ ਰਾਜ, ਕਿਉਂਕਿ ਕੁੱਟ ਵੀ ਵਿਚਾਰੇ ਲੋਕ ਹੀ ਖਾ ਰਹੇ ਨੇ, ਕੁੱਟਿਆ ਵੀ ਉਹਨਾਂ ਨੂੰ ਜਾ ਰਿਹਾ, ਕੇਸ ਉਹਨਾਂ ਦੇ ਬਣਦੇ ਨੇ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਹੈ ਉਲਟ ਹੈ, ਪਰ ਕਹਿ ਦਿੱਤਾ ਜਾਂਦਾ ਕਿ ਤੁਹਾਡੀ ਵੋਟ ਦੇ ਵਿੱਚ ਬੜੀ ਸ਼ਕਤੀ ਹੈ, ਬੜੀ ਤਾਕਤ ਹੈ, ਪਰ ਉਹਨਾਂ ਨੂੰ ਦੀ ਵੋਟ ਆਪਾਂ ਨੂੰ ਵੀ ਪਤਾ ਹੈ ਕਿ 500 ਰੁਪਏ ਦੇ ਜੋ ਖਰੀਦ ਲਾਉਂਦੇ ਨੇ, ਔਰ ਇਦਾਂ ਦੇ ਲਾਲਚ ਦੇ ਕੇ ਖਰੀਦ ਲਾਉਂਦੇ ਨੇ, ਪਰ ਮੁੜ ਕੇ ਹੁੰਦਾ ਕੁਝ ਨਹੀਂ ਹੈ। ਮਤਲਬ ਕਿ ਨੇਤਾ ਨੇ ਜਿਹੜੇ 500 ਰੁਪਏ 'ਚ ਵੋਟ ਖਰੀਦ ਕੇ ਆਪ ਫਿਰ ਅੱਗੇ ਕਰੋੜਾਂ 'ਚ ਵਿਕਦੇ ਨੇ ਜੀ, ਕਿ ਅੱਗੇ ਜਾ ਕੇ ਫਿਰ ਉਹਨਾਂ ਨੂੰ ਕਰੋੜਾਂ ਰੁਪਈਆਂ ਦੀ ਕਮਾਈ ਕਰਦੇ ਨੇ। ਸੋ ਡਾਕਟਰ ਸਾਹਿਬ, ਜਿਵੇਂ ਕਿ ਮਹਿੰਗਾਈ ਵੱਧ ਰਹੀ ਆ, ਇਹਦੇ ਰੋਸ ਦੇ ਵਿੱਚ ਪਿਛਲੇ ਦਿਨੀ ਕਿਸਾਨਾਂ ਵੱਲੋਂ ਆ ਜਿਹੜਾ ਕਿ ਰੋਸ ਪ੍ਰਦਰਸ਼ਨ ਕੀਤਾ ਗਿਆ, ਪੂਰੇ ਪੰਜਾਬ ਭਰ 'ਚ ਜਿਹੜੇ ਕਿ ਧਰਨੇ ਮੁਜ਼ਾਹਰੇ ਲਾਏ ਗਏ। ਹੁਣ ਇਹਨੂੰ ਲੈ ਕੇ ਜਿਹੜੀ ਸਿਆਸਤ ਆ ਉਹ ਵੀ ਭਖਦੀ ਜਾ ਰਹੀ ਆ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਬਿਆਨ ਦਿੱਤਾ ਹੈ, ਉਹ ਕਹਿੰਦੇ ਵੀ ਅਸੀਂ ਜਿਹੜਾ 15 ਜੁਲਾਈ ਨੂੰ ਧਰਨਾ ਲਗਾਵਾਂਗੇ, ਦੇਸ਼ ਭਰ ਦੇ ਵਿੱਚ, ਪੰਜਾਬ ਭਰ ਦੇ ਵਿੱਚ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਧਰਨੇ ਲਗਾਵਾਂਗੇ ਕਿ ਅਸੀਂ ਮਹਿੰਗਾਈ ਦੇ ਖਿਲਾਫ। ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਅਸਲ 'ਚ ਮਹਿੰਗਾਈ ਦੇ ਖਿਲਾਫ ਲੱਗ ਰਹੇ ਨੇ, ਜਾਂ ਫਿਰ 2022 ਦੀਆਂ ਚੋਣਾਂ ਜਿਹੜੀਆਂ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਮੱਦੇਨਜ਼ਰ ਕੋਈ ਸਿਆਸੀ ਦਾਅ ਖੇਡੇ ਜਾ ਰਹੇ ਨੇ? ਘੁਮਾਣ ਸਾਹਿਬ ਦੇਖੋ, ਮਹਿੰਗਾਈ ਇਹ ਤਾਂ ਹੈ ਨਹੀਂ ਵੀ ਹੁਣ ਵਧੀ ਹੈ, ਵੀ ਹੁਣ ਚੋਣਾਂ ਨੇੜੇ ਆ ਗਈਆਂ ਕਿ ਹੁਣ ਮਹਿੰਗਾਈ ਵੱਧ ਗਈ, ਹੁਣ ਇੱਕਦਮ ਇਹਨਾਂ ਨੂੰ ਮਹਿੰਗਾਈ ਯਾਦ ਆ ਗਈ। ਮੈਂ ਇਹ ਕਹਿੰਦਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਹੁਣ ਤੱਕ ਚੁੱਪ ਰਹੀਆਂ ਨੇ। ਤੁਸੀਂ ਦੇਖੋਗੇ ਕਿ ਸੈਂਟਰ ਦੇ, ਕਿਉਂਕਿ ਸੈਂਟਰ ਗਵਰਨਮੈਂਟ ਦਾ ਜਿਹੜਾ ਹੈਗਾ ਕੰਟਰੋਲ 'ਚ ਹੈ, ਮੇਨ ਗੱਲਾਂ ਮੋਦੀ ਸਾਹਿਬ ਕੰਟਰੋਲ ਕਰਦੇ ਨੇ ਸਾਰੀਆਂ ਚੀਜ਼ਾਂ ਨੂੰ। ਪਰ ਦੂਜੇ ਪਾਸੇ ਜਿਹੜੀ ਆਪਾਂ ਦੇਖਦੇ ਹਾਂ ਕਿ ਕਾਂਗਰਸ ਦੀ ਜਿਹੜੀ ਕਾਰਜਸ਼ੈਲੀ ਰਹੀ ਹੈ, ਉਹਨਾਂ ਦੀ ਭੂਮਿਕਾ ਰਹੀ ਹੈ, ਉਹਨਾਂ ਨੇ ਇੱਕ ਦਿਨ ਵੀ ਉਹ
ਦਿੱਲੀ ਦੀਆਂ ਸੜਕਾਂ ਤੇ ਨਹੀਂ ਆਏ। ਤੁਸੀਂ ਦੇਖੋਗੇ ਕਿ ਚਾਹੇ ਉਹ ਰਾਹੁਲ ਗਾਂਧੀ ਜੀ ਦੇਖ ਲਓ, ਚਾਹੇ ਪ੍ਰਿੰਕਾ ਜੀ ਦੇਖ ਲਓ, ਚਾਹੇ ਸੋਨੀਆ ਜੀ ਦੇਖ ਲਓ, ਜਾਂ ਹੋਰ ਕਾਂਗਰਸ ਦੇ ਵੱਡੇ ਲੀਡਰ ਦੇਖ ਲਓ, ਉਹਨਾਂ ਨੇ ਕਦੇ ਵੀ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਾਂਗਰਸ ਦੀ, ਕਿਉਂਕਿ ਵਿਰੋਧੀ ਧਿਰ ਦੇ ਵਿੱਚ ਸੈਂਟਰ ਦੇ ਵਿੱਚ ਕੌਣ ਹੈ? ਕਾਂਗਰਸ ਹੈ, ਚਾਹੇ ਹਾਲਾਂਕਿ ਘੱਟ ਹੈ, ਪਰ ਕੁਝ ਸਟੇਟਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਤਾਂ ਹੈਗੀਆਂ ਨੇ ਨਾ। ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਆਮ ਲੋਕਾਂ ਦੇ ਪੱਖ ਦੇ ਵਿੱਚ, ਮਹਿੰਗਾਈ ਦੇ ਵਿਰੋਧ ਦੇ ਵਿੱਚ ਉਹ ਸੜਕਾਂ ਤੇ ਆਉਂਦੇ, ਪਰ ਆਏ ਨਹੀਂ ਹੈਗੇ। ਨਤੀਜਾ ਕੀ ਨਿਕਲਿਆ ਕਿ ਮੋਦੀ ਸਰਕਾਰ ਨੂੰ ਮੌਕਾ ਮਿਲ ਗਿਆ ਹੋਰ, ਉਹ ਹਰ ਰੋਜ਼ ਜਿਹੜਾ ਹੈਗਾ ਮਹਿੰਗਾਈ ਤੇ ਮਹਿੰਗਾਈ ਵਧਾਈ ਜਾਂਦਾ ਹੈ, ਕਿਉਂਕਿ ਉਹਨੂੰ ਕੋਈ ਚੈਲੰਜ ਨਹੀਂ ਕਰਦਾ। ਸੋ ਜੇਕਰ ਜਿਵੇਂ ਤੁਸੀਂ ਕਹਿ ਰਹੇ ਹੋ, ਜੇ ਹੁਣ ਸਟੇਟ ਦੇ ਵਿੱਚ ਕੋਈ ਪਾਰਟੀ ਆ ਰਹੀ ਹੈ ਤਾਂ ਇਹ ਤਾਂ ਗੱਲ ਹੈ ਵੀ ਹੁਣ ਜਿਵੇਂ 22 ਦੇ ਵਿੱਚ ਚੋਣਾਂ ਉਹਨਾਂ ਨੂੰ ਨਜ਼ਰ ਆ ਰਹੀਆਂ ਨੇ, ਇਸ ਕਰਕੇ ਉਹ ਧਰਨੇ ਪ੍ਰਦਰਸ਼ਨ ਕਰਨਗੇ। ਪਰ ਇਹਦੇ ਨਾਲ ਇਹ ਨਹੀਂ ਹੈ ਕਿ ਕੋਈ ਇਹਦੇ ਨਾਲ ਕੋਈ ਮਹਿੰਗਾਈ ਘਟ ਜਾਏਗੀ ਜਾਂ ਮਹਿੰਗਾਈ 'ਚ ਫਰਕ ਪੈ ਜਾਏਗਾ, ਇੱਦਾਂ ਦਾ ਕੁਝ ਨਹੀਂ ਹੋਏਗਾ। ਇਹ ਸਿਰਫ ਅੱਖਾਂ ਜਿਹੜੀ ਹੈਗੀ ਆਈ ਵਾਸ਼ ਜਿਹੜੀ ਹੈਗੀ ਹੈ ਉਹ ਹੋਏਗੀ, ਲੋਕਾਂ ਨੂੰ ਇਹ ਲੱਗੇਗਾ ਵੀ ਇਹ ਸ਼ਾਇਦ ਇਹ ਸਾਡੀ ਗੱਲ ਕਰ ਰਹੇ ਨੇ। ਪਰ ਹਾਂ, ਕਿਸਾਨਾਂ ਨੇ ਜ਼ਰੂਰ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਰੋਲ ਹੈ ਕਿਸਾਨਾਂ ਦਾ, ਕਿ ਉਹਨਾਂ ਨੇ ਮਹਿੰਗਾਈ ਦੇ ਵਿਰੋਧ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡੀ ਆਵਾਜ਼ ਬੁਲੰਦ ਕੀਤੀ ਹੈ, ਔਰ ਉਹਨਾਂ ਨੇ ਅੱਗੇ ਵੀ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੀ ਦੇਰ ਸਾਡਾ ਸੰਘਰਸ਼ ਚੱਲੇਗਾ ਅਸੀਂ ਮਹਿੰਗਾਈ ਦੇ ਵਿਰੁੱਧ ਆਪਣੀ ਆਵਾਜ਼ ਉਠਾਉਂਦੇ ਰਵਾਂਗੇ। ਉਹਨਾਂ ਨੇ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਜੈਨੂਅਨਲੀ ਉਹਨਾਂ ਨੇ, ਕਿਉਂਕਿ ਵੋਟਾਂ ਨਹੀਂ ਲੈਣੀਆਂ, ਉਹਨਾਂ ਨੇ ਤਾਂ ਸਿਰਫ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਔਰ ਇਸ ਕਰਕੇ ਜੈਨੂਅਨ ਆਵਾਜ਼ ਬੁਲੰਦ ਕੀਤੀ ਹੈ, ਔਰ ਲੋਕ ਉਹਨਾਂ ਦੇ ਨਾਲ ਵੀ ਆਏ ਨੇ। ਇਹ ਵੀ ਵੱਡੀ ਗੱਲ ਹੈ, ਇਹ ਨਹੀਂ ਹੈ ਕਿ ਲੋਕ ਉਹਨਾਂ ਦੇ ਨਾਲ ਨਹੀਂ ਹੈਗੇ, ਲੋਕ ਕਿਸਾਨਾਂ ਦੇ ਨਾਲ ਲੱਗ ਕੇ ਉਹਨਾਂ ਨੇ ਵੀ ਕਾਲੇ ਝੰਡੇ ਲਹਿਰਾਏ ਨੇ ਔਰ ਬਾਕੀ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਨੇ। ਸੋ ਇਸ ਕਰਕੇ ਜੇਕਰ ਇਹਨੂੰ ਤੁਸੀਂ ਪੂਰੇ ਭਾਰਤ ਲੈਵਲ ਤੇ ਹੋਏਗਾ, ਬਹੁਤ ਵੱਡੇ ਲੈਵਲ ਤੇ ਵਿਰੋਧ ਹੋਏਗਾ, ਤਾਂ ਇਹਨੂੰ ਠੱਲ ਪਾਈ ਜਾ ਸਕਦੀ ਹੈ। ਜੇ ਵਿਰੋਧ ਨਹੀਂ ਹੁੰਦਾ, ਇਹ ਜਿਹੜੀਆਂ ਵੱਖ-ਵੱਖ ਪਾਰਟੀਆਂ ਇੱਕ ਡਰਾਮੇਬਾਜ਼ੀ ਕਰਨਗੀਆਂ, ਤਾਂ ਇਹਦੇ ਨਾਲ ਮਹਿੰਗਾਈ ਇੱਦਾਂ ਹੀ ਵੱਧਦੀ ਰਹੇਗੀ, ਆਮ ਲੋਕਾਂ ਦਾ ਕਚੂੰਬਰ ਨਿਕਲਦਾ ਰਹੇਗਾ। ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਪਾਰਟੀਆਂ ਵਾਲੇ ਨੇ ਇਹ ਤਾਂ ਅਮੀਰ ਬੰਦੇ ਨੇ, ਇਹਨਾਂ ਦੇ ਨਾਲ ਅਰਬਾਂ ਖਰਬਾਂ ਜਿਹੜੇ ਨੇ ਉਹ ਕਮਾਏ ਹੋਏ ਨੇ, ਔਰ ਇਹਨਾਂ ਨੂੰ ਮਹਿੰਗਾਈ ਦਾ ਕੋਈ ਫਰਕ ਨਹੀਂ ਪੈਂਦਾ। ਪੈਟਰੋਲ ਚਾਹੇ 100 ਰੁਪਈਆ ਹੋ ਜਾਏ, ਚਾਹੇ 150 ਹੋ ਜਾਏ, ਚਾਹੇ 200 ਵੀ ਹੋ ਜਾਏ, ਤਾਂ ਵੀ ਜਿਹੜੇ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਫਰਕ ਕਿਹਨੂੰ ਪਏਗਾ? ਆਮ ਲੋਕਾਂ ਨੂੰ, ਗਰੀਬ ਤੁਹਾਡੇ ਵਰਗਿਆਂ ਨੂੰ, ਮੇਰੇ ਵਰਗਿਆਂ ਨੂੰ ਉਹ ਫਰਕ ਪਏਗਾ। ਸੋ ਇਸ ਕਰਕੇ ਇਸੇ ਲਈ ਇਹ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਇਹ ਇੱਦਾਂ ਦੀ ਆਵਾਜ਼ ਬੁਲੰਦ ਇਸ ਵੇਲੇ ਨਹੀਂ ਕਰਦੀਆਂ। ਹਾਂ, ਕਿਸੇ ਵੇਲੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਸੀ, ਤੁਹਾਨੂੰ ਵੀ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੈ ਕਿ ਜੇਪੀ ਮੂਵਮੈਂਟ ਚੱਲੀ ਸੀਗੀ ਮਹਿੰਗਾਈ ਦੇ ਖਿਲਾਫ। ਲੋਕ ਜਦੋਂ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਸੀਗੀਆਂ, ਲੱਖਾਂ ਦੀ ਗਿਣਤੀ ਦੇ ਵਿੱਚ ਉਹ ਸੜਕਾਂ ਤੇ ਆਉਂਦੇ ਸੀਗੇ, ਵਿਰੋਧ ਪ੍ਰਦਰਸ਼ਨ ਕਰਦੇ ਸੀਗੇ, ਔਰ ਰੇਟ ਜਿਹੜੇ ਸੀਗੇ ਵਾਪਸ ਹੁੰਦੇ ਸੀਗੇ। ਸਰਕਾਰਾਂ ਮੰਨਦੀਆਂ ਸੀ ਗੱਲਾਂ ਉਹਨਾਂ ਦੀਆਂ, ਪਰ ਇਸ ਵੇਲੇ ਆਪਾਂ ਦੇਖ ਰਹੇ ਹਾਂ ਕਿ ਇਸ ਵੇਲੇ ਇਤਿਹਾਸ ਦੇ ਵਿੱਚ, ਪੂਰੇ ਆਪਾਂ ਭਾਰਤ ਦੇ ਇਤਿਹਾਸ ਦੇ ਵਿੱਚ, ਜੇ ਸਭ ਤੋਂ ਜ਼ਿਆਦਾ ਮਹਿੰਗਾਈ ਹੈ ਇਸ ਵੇਲੇ 100 ਰੁਪਏ ਲੀਟਰ, ਕਦੇ ਸੋਚ ਕੇ ਦੇਖੋ, ਕਦੇ ਮਤਲਬ ਇੱਦਾਂ ਕਦੇ ਕਿਸੇ ਨੇ ਸੋਚਿਆ ਨਹੀਂ ਹੋਏਗਾ ਕਿ ਇੱਦਾਂ ਪੈਟਰੋਲ ਡੀਜ਼ਲ ਇੰਨੇ ਮਹਿੰਗੇ ਹੋ ਜਾਣਗੇ। ਸੋ ਸਾਰੇ ਮਹਿੰਗੇ ਹੋ ਚੁੱਕੇ ਨੇ। ਇਹ ਸਾਰੀਆਂ ਚੀਜ਼ਾਂ ਇਸ ਵੇਲੇ ਸਰਕਾਰ ਜਿਹੜੀਆਂ ਨੇ ਉਹਦੇ ਕਰਕੇ, ਔਰ ਵਿਰੋਧੀ ਧਿਰਾਂ ਦੀ ਕਮਜ਼ੋਰੀ ਕਰਕੇ ਉਹਦਾ ਫਾਇਦਾ ਜਿਹੜੀ ਸਰਕਾਰ, ਮੋਦੀ ਸਰਕਾਰ ਹੈ ਉਹ ਉਠਾ ਰਹੀ ਹੈ। ਇਸ ਕਰਕੇ ਲਗਾਤਾਰ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਰੇਟ ਇੱਦਾਂ ਹੀ ਵੱਧਦੇ ਜਾਣਗੇ। ਜਿੰਨੀ ਦੇਰ ਅਸੀਂ ਨਹੀਂ ਉੱਠਾਂਗੇ, ਲੋਕ ਨਹੀਂ ਉੱਠਣਗੇ, ਕਿਸਾਨ ਮਜ਼ਦੂਰ ਨਹੀਂ ਉੱਠਣਗੇ, ਉਨੀ ਦੇਰ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣਗੀਆਂ। ਘਮਾਨ ਸਾਹਿਬ ਜੀ, ਡਾਕਟਰ ਸਾਹਿਬ, ਜਦੋਂ ਕਿਤੇ ਮਹਿੰਗਾਈ ਦੀ ਗੱਲ ਤੇ ਸਰਕਾਰਾਂ ਨੂੰ ਸਵਾਲ ਪੁੱਛੇ ਜਾਂਦੇ ਨੇ, ਸਰਕਾਰਾਂ ਕਹਿੰਦੀਆਂ ਨੇ ਕਿ ਕੱਚੇ ਤੇਲ ਦੀ ਜਿਹੜੀ ਕੀਮਤ ਆ ਉਹ ਵੱਧ ਰਹੀ ਆ, ਕੱਚੇ ਤੇਲ ਦੀ ਕੀਮਤ ਵਧਣ ਕਰਕੇ ਇੱਥੇ ਜਿਹੜੀ ਡੀਜ਼ਲ ਪੈਟਰੋਲ ਦੀ ਕੀਮਤ ਉਹ ਵਧਾਈ ਜਾਂਦੀ ਹੈ। ਪਰ ਕੱਚੇ ਤੇਲ ਦੀ ਕੀਮਤ ਜਦੋਂ 45 ਰੁਪਏ 50 ਰੁਪਏ ਸੀ, ਉਦੋਂ ਵੀ ਸਾਡਾ ਜਿਹੜਾ 75 ਰੁਪਏ ਸਾਨੂੰ ਪੈਟਰੋਲ ਡੀਜ਼ਲ ਮਿਲਦਾ ਸੀ, ਤੇ ਜਦੋਂ ਕੱਚੇ ਤੇਲ ਦੀ ਕੀਮਤ 50 ਰੁਪਏ 45 ਰੁਪਏ ਅੱਜ ਵੀ ਹੈ, ਤੇ ਅੱਜ ਸਾਨੂੰ ਜਿਹੜਾ ਡੀਜ਼ਲ ਪੈਟਰੋਲ ਆ ਉਹ 100 ਰੁਪਈਆਂ ਤੱਕ ਪਹੁੰਚਿਆ ਪਿਆ। ਕਿਵੇਂ ਦੇਖਦੇ ਹੋ ਕਿ ਇਸ ਪਾੜੇ ਨੂੰ ਕਿੱਥੇ ਤੱਕ ਕੌਣ ਵਧਾ ਰਿਹਾ ਇਸ ਪਾੜੇ ਨੂੰ? ਘਮਾਨ ਸਾਹਿਬ, ਮੈਂ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਕਿਉਂਕਿ ਰੇਟ ਉੱਥੇ ਹੀ ਖੜੇ ਨੇ ਪਿਛਲੇ ਦਿਨਾਂ ਦੇ ਵਿੱਚ, ਜੇ ਆਪਾਂ ਕੱਚੇ ਤੇਲ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਲੋਕ ਤਾਂ ਬੋਲ ਨਹੀਂ ਰਹੇ, ਵਿਰੋਧੀ ਧਿਰਾਂ ਬੋਲ ਨਹੀਂ ਰਹੀਆਂ, ਇਸ ਕਰਕੇ ਇਹਦੇ ਵਿੱਚੋਂ ਜਿਹੜਾ ਟੈਕਸ ਲਗਾ ਦਿੱਤਾ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਕੱਚੇ ਤੇਲ ਨੂੰ ਖਰੀਦਦੇ ਹੋ, ਤਾਂ ਇਹਨੂੰ ਜਦੋਂ ਤੁਸੀਂ ਪੈਟਰੋਲ ਪੰਪਾਂ ਤੇ ਜਾ ਕੇ ਵਿਕਦਾ
ਤਾਂ ਉਹਦੇ ਵਿੱਚ ਕੁਝ ਹਿੱਸਾ ਪੈਟਰੋਲ ਪੰਪ ਦੇ ਮਾਲਕਾਂ ਦਾ ਹੁੰਦਾ ਹੈ, ਕੁਝ ਹਿੱਸਾ ਸਟੇਟ ਗਵਰਨਮੈਂਟ ਦਾ ਹੁੰਦਾ ਹੈ, ਕੁਝ ਹਿੱਸਾ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦਾ ਹੁੰਦਾ ਹੈ। ਉਹ ਟੈਕਸ ਦੇ ਰਾਹੀਂ ਜਿਹੜਾ ਹੈਗਾ ਉਹ ਸਟੇਟਾਂ ਜਾਂ ਸੈਂਟਰ ਜਿਹੜਾ ਹੈਗਾ ਉਹ ਪੈਸੇ ਲੈਂਦਾ ਹੈ ਆਪਣੇ। ਸੋ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਇਹਦੇ ਵਿੱਚ ਆਪਣਾ ਹਿੱਸਾ ਹੋਰ ਵਧਾਈ ਜਾਓ। ਸੈਂਟਰ ਕਹਿੰਦੀ ਹੈ ਮੈਂ ਹਿੱਸਾ ਵਧਾ ਦਾਂ, ਸਟੇਟ ਕਹਿੰਦੀ ਹੈ ਕਿ ਮੈਂ ਹਿੱਸਾ ਵਧਾ ਦਾਂ। ਸੋ ਇਸ ਕਰਕੇ ਉਹ ਸਾਰਾ ਰੇਟ ਉਹਦੇ ਨਾਲ ਕੀ ਹੈਗਾ ਵੱਧਦਾ ਜਾਂਦਾ ਹੈ ਔਰ ਲੋਕਾਂ ਦੇ ਉੱਤੇ ਬੋਝ ਜਿਹੜਾ ਹੈਗਾ ਉਹ ਪੈਂਦਾ ਜਾਂਦਾ। ਇਹੀ ਗੱਲ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ। ਰੇਟ ਸੇਮ ਰਹੇ ਨੇ ਪਰ ਉਹਨਾਂ ਦੇ ਰੇਟ ਜਿਹੜੇ ਨੇ ਦੂਜੇ ਜਦੋਂ ਸਾਡੇ ਉਹ ਆ ਕੇ ਵਿਕਦਾ ਹੈ ਤੇਲ, ਇਸੇ ਤਰ੍ਹਾਂ ਤੁਸੀਂ ਦੇਖੋਗੇ ਚਾਹੇ ਉਹ ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਨੇਪਾਲ ਹੈ, ਉੱਥੇ ਸਾਡੇ ਨਾਲੋਂ ਕਿਤੇ ਰੇਟ ਸਸਤਾ ਹੈ ਤੁਸੀਂ ਦੇਖੋਗੇ ਪੈਟਰੋਲ ਔਰ ਡੀਜ਼ਲ ਦਾ। ਸੋ ਉਹਦਾ ਨਤੀਜਾ ਇਹੀ ਨਿਕਲ ਰਿਹਾ ਕਿ ਸਾਡੇ ਇਸ ਵੇਲੇ ਵਿਰੋਧੀ ਧਿਰਾਂ ਰੌਲਾ ਨਹੀਂ ਪਾ ਰਹੀਆਂ, ਉਹਨਾਂ ਉਸ ਚੀਜ਼ ਦਾ ਫਾਇਦਾ ਉਠਾ ਕੇ ਸੈਂਟਰ ਕਹਿੰਦੀ ਹੈ ਵੀ ਮੈਂ ਵੱਧ ਤੋਂ ਵੱਧ ਪੈਸੇ ਕਮਾ ਲਾਂ ਤੇਲ 'ਚੋਂ ਔਰ ਸਟੇਟ ਵਾਲੇ ਕਹਿੰਦੇ ਨੇ, ਕਾਂਗਰਸ ਸਰਕਾਰ ਕਹਿੰਦੀ ਹੈ ਕਿ ਅਸੀਂ ਕਮਾ ਲਈਏ। ਸੋ ਦੋਨੋਂ ਮਿਲ ਕੇ ਲੋਕਾਂ ਦੇ ਉੱਤੇ ਬੋਝ ਪੈਂਦਾ ਜਾ ਰਿਹਾ। ਗੱਲ ਤਾਂ ਇਹੀ ਹੈ ਨਾ ਡਾਕਟਰ ਸਾਹਿਬ ਕਿ ਕਿਤੇ ਅੰਤਰਰਾਸ਼ਟਰੀ ਲੈਵਲ ਤੇ ਜਿਹੜੀ ਮਹਿੰਗਾਈ ਆ, ਜੇ ਤੇਲ ਵੱਧਦਾ, ਤੇਲ ਦੀ ਕੀਮਤ ਅੰਤਰਰਾਸ਼ਟਰੀ ਲੈਵਲ ਤੇ ਵੱਧਦੀ ਆ ਤਾਂ ਫਿਰ ਮਹਿੰਗਾਈ ਇਕੱਲੇ ਭਾਰਤ 'ਚ ਹੀ ਕਿਉਂ ਦੇਖੀ ਜਾਂਦੀ ਹੈ? ਦੂਜੇ ਦੇਸ਼ਾਂ ਦੇ ਵਿੱਚ ਤਾਂ ਕਦੇ ਇਹੋ ਜਿਹੇ ਰੋਸ ਪ੍ਰਦਰਸ਼ਨ ਜਾਂ ਧਰਨੇ ਲਾਉਣ ਦੀ ਲੋਕਾਂ ਨੂੰ ਲੋੜ ਨਹੀਂ ਪੈਂਦੀ। ਹੋਰ ਵੀ ਤਾਂ ਦੇਸ਼ ਨੇ, ਹੋਰ ਕੰਟਰੀਜ਼ ਨੇ, ਉੱਥੇ ਲੋਕਾਂ ਨੂੰ ਧਰਨੇ ਕਿਉਂ ਨਹੀਂ ਲਾਉਣੇ ਪੈਂਦੇ? ਕਿਉਂਕਿ ਉੱਥੇ ਲੋਕਾਂ ਨੂੰ ਮਹਿੰਗਾਈ ਹਾਲੇ ਇੰਨੀ ਮਹਿਸੂਸ ਨਹੀਂ ਹੁੰਦੀ। ਜਿਹੜੀ ਗੌਰਮੈਂਟ ਆ ਜਾਂ ਫਿਰ ਜਿਹੜੀਆਂ ਵਸਤਾਂ ਨੇ ਉਹਨਾਂ ਦਾ ਬੋਝ ਹਾਲੇ ਲੋਕਾਂ ਦੀ ਜੇਬਾਂ ਤੇ ਨਹੀਂ ਪੈਂਦਾ। ਪਰ ਜਿਹੜੇ ਭਾਰਤ ਦੇ ਵਿੱਚ ਤਾਂ ਆਮ ਬੰਦੇ ਨੂੰ 2 ਵਕਤ ਦੀ ਰੋਟੀ ਖਾਣੀ ਮੁਸ਼ਕਿਲ ਹੋਈ ਪਈ ਹੈ। ਇੱਕ ਬੰਦਾ ਜਿਹੜਾ ਕੋਈ 400 ਰੁਪਏ 300 ਰੁਪਏ ਦਿਹਾੜੀ ਕਮਾਉਂਦਾ ਹੈ, ਉਹ ਬੰਦਾ 700-800 ਰੁਪਏ ਦਾ ਸਿਲੰਡਰ ਕਿੱਥੋਂ ਭਰਾ ਲੂਗਾ? ਉਹ ਬੰਦੇ ਨੇ ਵਿਚਾਰੇ ਨੇ ਮਹੀਨੇ ਦਾ ਆਪਣਾ ਹੋਰ ਖਰਚ ਵੀ ਕੱਢਣਾ ਹੈ, ਰਾਸ਼ਨ ਪਾਣੀ ਦਾ ਖਰਚ ਵੀ ਹੋ ਗਿਆ, ਲੀੜੇ ਲੱਤੇ ਦਾ ਖਰਚ ਵੀ ਹੋ ਗਿਆ, ਉਹਦਾ ਪਰਾਂ ਜਾਣਾ ਵੀ ਪੈਂਦਾ ਬੰਦੇ ਨੂੰ। ਡੀਜ਼ਲ ਪੈਟਰੋਲ ਦੀਆਂ ਕੀਮਤਾਂ 100 ਰੁਪਏ ਤੱਕ ਪਹੁੰਚੀਆਂ ਪਈਆਂ ਨੇ, ਉਹ ਵੀ ਪਵਾਉਣਾ, ਤੇ 700-800 ਤੋਂ ਲੈ ਕੇ ਹੁਣ 1000 ਰੁਪਈਆ ਤੱਕ ਸਿਲੰਡਰ ਹੋ ਗਿਆ। ਹੁਣ ਆਹ ਜਿਹੜੀ ਮਹਿੰਗਾਈ ਇਸ ਤਰ੍ਹਾਂ ਵੱਧਦੀ ਜਾ ਰਹੀ ਹੈ, ਫਿਰ ਭਾਰਤ 'ਚ ਹੀ ਕਿਉਂ ਹੈ ਵੀ ਬਾਹਰਲੇ ਦੇਸ਼ਾਂ 'ਚ ਕਿਉਂ ਨਹੀਂ ਵੱਧਦੀ? ਕੁਮਾਨ ਸਾਹਿਬ, ਗੱਲ ਇਹ ਹੈ ਕਿ ਬਾਹਰਲੀਆਂ ਜਿਹੜੀਆਂ ਬਾਹਰਲੇ ਸਟੇਟਾਂ, ਜਿਵੇਂ ਤੁਸੀਂ ਬਾਹਰਲੇ ਮੁਲਕਾਂ ਦੀ ਗੱਲ ਕਰਦੇ ਹੋ, ਉਹਨਾਂ ਦੀਆਂ ਸਰਕਾਰਾਂ ਫਿਰ ਵੀ ਲੋਕ ਪੱਖੀ ਸਰਕਾਰਾਂ ਨੇ। ਸਾਡੀਆਂ ਜਿਹੜੀਆਂ ਸਰਕਾਰਾਂ ਇੱਥੇ ਬਣ ਰਹੀਆਂ ਨੇ ਉਹ ਲੋਕ ਵਿਰੋਧੀ ਸਰਕਾਰਾਂ ਨੇ। ਉਹ ਉਹਨਾਂ ਨੂੰ ਲੱਗਦਾ ਵੀ ਇੱਕ ਵਾਰੀ ਅਸੀਂ ਆ ਤਾਂ ਗਏ, ਹੁਣ ਬਸ ਲੁੱਟ ਲਈਏ। ਸੋ ਇਸ ਕਰਕੇ ਸਰਕਾਰਾਂ ਜਿਹੜੀਆਂ ਨੇ, ਜੇ ਆਪਾਂ ਹੁਣ ਦੇਖੀਏ ਨੇਪਾਲ ਦੇ ਵਿੱਚ ਜਾਂ ਬੰਗਲਾਦੇਸ਼ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਾਂ ਹੋਰ ਜਿਹੜੀਆਂ ਲਵੇ ਲਾਉਣੇ ਸਟੇਟਾਂ ਦੀਆਂ, ਜਿਹੜੇ ਗਰੀਬ ਮੁਲਕ ਵੀ ਮੰਨੇ ਜਾਂਦੇ ਆ, ਉਹ ਵੀ ਕਿਤੇ ਨਾ ਕਿਤੇ ਸੋਚਦੀਆਂ ਨੇ ਕਿ ਅਸੀਂ ਆਪਣੇ ਲੋਕਾਂ ਨੂੰ ਕੁਝ ਨਾ ਕੁਝ ਰਾਹਤ ਦੇਣੀ ਹੈ। ਪਰ ਸਾਡੇ ਕੀ ਹੈ, ਸਾਡੇ ਬਿਲਕੁਲ ਉਲਟ ਸੋਚ ਹੈ। ਸਾਡੇ ਇਹ ਵੀ ਕਿਵੇਂ ਨਾ ਕਿਵੇਂ ਲੋਕਾਂ ਨੂੰ ਲੁੱਟੋ, ਜਿਵੇਂ ਉਹਨਾਂ ਦੇ ਉੱਤੋਂ ਮੁਨਾਫਾ ਲਿਖਾਓ ਔਰ ਜੇ ਕੋਈ ਨਹੀਂ ਬੋਲਦਾ ਤਾਂ ਹੋਰ ਲੁੱਟੀ ਜਾਓ, ਹੋਰ ਮਹਿੰਗਾਈ ਕਰੀ ਜਾਓ ਔਰ ਇੱਕ ਵਾਰੀ ਕਚੁੰਬਰ ਕੱਢ ਦਿਓ ਲੋਕਾਂ ਦਾ। ਸੋ ਇਸ ਕਰਕੇ ਸਾਡੀਆਂ ਜਿਹੜੀਆਂ ਸਰਕਾਰਾਂ ਦੀ ਬਦਨੀਤੀ ਹੈ। ਔਰ ਬਾਕੀ ਜਿਵੇਂ ਤੁਸੀਂ ਬਾਹਰਲੇ ਮੁਲਕਾਂ ਦੀ ਗੱਲ ਕਰ ਰਹੇ ਹੋ, ਉੱਥੋਂ ਦੀਆਂ ਸਰਕਾਰਾਂ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਆਪਣੇ ਬਸ਼ਿੰਦੇ ਨੇ, ਉੱਥੋਂ ਦੇ ਨਾਗਰਿਕ ਨੇ, ਉਹਨਾਂ ਦਾ ਖਿਆਲ ਕਰਦੀਆਂ ਨੇ, ਉਹਨਾਂ ਦੀ ਮਹਿੰਗਾਈ ਨੂੰ ਜਿਹੜਾ ਹੈਗਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਪਰ ਸਾਡੇ ਹੈਗਾ ਬਿਲਕੁਲ ਖੁੱਲ੍ਹਾ ਛੱਡਤਾ। ਤੁਸੀਂ ਦੇਖਿਆ ਹੋਵੇਗਾ ਕਿ ਇਹ ਸਾਰੇ ਗੱਲਾਂ ਆਪਾਂ ਨੂੰ ਵੀ ਪਤਾ ਹੈ, ਸਾਰੇ ਲੋਕ ਜਾਣਦੇ ਨੇ ਕਿ ਤੁਸੀਂ ਦੇਖੋਗੇ ਮਾਲੀਆ ਜੀ ਨੂੰ 9000 ਕਰੋੜ ਰੁਪਇਆ ਉਹਨਾਂ ਦਾ ਮਾਫ ਕਰਤਾ ਔਰ ਉਹ ਲੈ ਕੇ ਭੱਜ ਗਿਆ। ਅੱਜ ਉਹਦੇ ਬਾਰੇ ਕੋਈ ਪੁੱਛ ਪ੍ਰਤੀਤ ਨਹੀਂ। ਇਸੇ ਤਰ੍ਹਾਂ ਹੋਰ ਜਿਹੜੇ ਨੇ ਚੌਕਸੇ ਵਰਗੇ ਜਾਂ ਹੋਰ ਵੱਡੇ ਵੱਡੇ ਲੁਟੇਰੇ ਇੱਥੋਂ ਲੁੱਟ ਕੇ ਭੱਜ ਗਏ ਅਰਬਾਂ ਖਰਬਾਂ ਰੁਪਈਆ, ਪਰ ਉਹਨਾਂ ਨੂੰ ਕਦੇ ਨਹੀਂ ਜਿਹੜਾ ਹੈਗਾ ਪੁੱਛਗਿੱਛ ਹੋਈ। ਔਰ ਮੋਦੀ ਸਾਹਿਬ ਨੇ ਤਾਂ ਇਹ ਕਿਹਾ ਸੀਗਾ ਕਿ ਮੈਂ ਕਾਲਾ ਧਨ ਵਾਪਸ ਲੈ ਕੇ ਆਊਂਗਾ, ਔਰ ਉਹ ਕਿੱਥੇ ਗਿਆ ਕਾਲਾ ਧਨ? ਉਹਨਾਂ ਨੇ ਕਿਹਾ ਸੀਗਾ ਕਿ ਕਾਲਾ ਧਨ ਵਾਪਸ ਲਿਆਵਾਂਗੇ, ਉਹਦੇ ਕਰਕੇ ਮਹਿੰਗਾਈ ਜਿਹੜੀ ਹੈਗੀ ਘਟਾਵਾਂਗੇ। ਹੁਣ ਸਗੋਂ ਹੋਰ ਲੋਕਾਂ ਨੇ ਕਾਲਾ ਧਨ ਤਾਂ ਹੋਰ ਜਮ੍ਹਾਂ ਕਰਾਤਾ, ਪਰ ਹੁੰਦੀ ਉਹਦੀ ਪੁੱਛ ਪ੍ਰਤੀਤ ਕੋਈ ਨਹੀਂ ਹੋ ਰਹੀ। ਹੁਣ ਕਾਲੇ ਧਨ ਦਾ ਨਾਂ ਹੀ ਨਹੀਂ ਲੈਂਦੀ ਬੀਜੇਪੀ। ਸੋ ਇਸ ਕਰਕੇ ਜਿੰਨੀ ਦੇਰ ਇਹ ਪਾਲਿਸੀਆਂ ਸਹੀ ਨਹੀਂ ਹੋਣਗੀਆਂ, ਇਹਦੇ ਤੋਂ ਤੁਸੀਂ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ, ਜਿਹੜੀਆਂ ਅਮੀਰ ਕੰਪਨੀਆਂ ਨੇ, ਉਹਨਾਂ ਦਾ ਮੁਨਾਫਾ ਘੱਟ ਨਹੀਂ ਕਰਦੇ ਔਰ ਗਰੀਬਾਂ ਨੂੰ ਤੁਸੀਂ ਸਹੂਲਤਾਂ ਨਹੀਂ ਦਿੰਦੇ, ਉਨੀ ਦੇਰ ਇਹ ਚੀਜ਼ਾਂ ਨਹੀਂ ਘਟਣੀਆਂ। ਇਹ ਸਰਕਾਰਾਂ ਜੇਕਰ ਚੰਗੀਆਂ ਸਰਕਾਰਾਂ ਆਉਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇਹ ਸੰਭਵ ਹੈ। ਜੇ ਇਦਾਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ ਤਾਂ ਹੋਰ ਲੋਕਾਂ ਦਾ ਕਚੁੰਬਰ ਨਿਕਲੇਗਾ, ਹੋਰ ਮਹਿੰਗਾਈ ਵਧੇਗੀ। ਸੋ ਇਹਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਮਲਟੀ ਕੰਪਨੀਆਂ ਨੇ, ਇਹ ਵੱਡੀਆਂ ਕੰਪਨੀਆਂ, ਉਹਨਾਂ ਨੂੰ ਹੋਰ ਮੁਨਾਫੇ ਦਿੱਤੇ ਜਾਣਗੇ ਔਰ ਉਹ ਸਾਰਾ ਬੋਝ ਆਮ ਲੋਕਾਂ ਦੇ ਉੱਤੇ ਪੈ ਜਾਏਗਾ। ਡਾਕਟਰ ਸਾਹਿਬ, ਤੁਸੀਂ ਮੋਦੀ ਦੀ ਨੀਤੀ ਦੀ ਗੱਲ ਕਰਦੇ ਹੋ। ਮੋਦੀ ਦੀ ਐਕਚੁਅਲ ਦੇ ਵਿੱਚ ਇੱਕ ਪਿਛਲੇ ਵਾਰੀ ਜਿਹੜਾ ਮੋਦੀ ਨੇ ਨੋਟਬੰਦੀ ਕੀਤੀ ਸੀ, ਨੋਟਬੰਦੀ ਕਰਨ ਤੋਂ ਪਹਿਲਾਂ ਮੋਦੀ ਨੇ ਵੀ ਇਹੀ ਕਹਿਣਾ ਸੀ ਕਿ ਇਹਦੇ ਨਾਲ ਜਿਹੜਾ ਕਾਲਾ ਧਨ ਆ ਉਹ ਬਾਹਰ ਨਿਕਲ ਜੂਗਾ। ਲੋਕਾਂ ਨੇ ਜਿਹੜਾ ਜਮ੍ਹਾਂ ਕੀਤਾ ਹੋਇਆ ਉਹ ਨੋਟਾਂ ਦੇ, ਮੈਨੂੰ ਤਾਂ ਲੱਗਦਾ ਵੀ ਹੁਣ ਤੱਕ ਜਿਹੜਾ ਹੋਇਆ ਕਿ ਨੋਟਾਂ ਦੇ ਸਿਰਫ ਰੰਗ ਚੇਂਜ ਹੋਏ ਨੇ, ਰੰਗ ਬਦਲੇ ਗਏ ਨੇ,
ਤੇ ਕੋਈ ਮਹਿੰਗਾਈ ਨਹੀਂ ਘਟੀ, ਕੋਈ ਕਾਲਾ ਧਨ ਵਾਪਸ ਨਹੀਂ ਆਇਆ ਹੁਣ ਤੱਕ। ਸਗੋਂ ਉਹ ਜਿਹੜੀ ਇੱਕ ਨੋਟਬੰਦੀ ਕੀਤੀ ਗਈ ਸੀ ਉਹਦਾ ਗਰੀਬ ਦੀ ਜੇਬ ਤੇ ਜ਼ਰੂਰ ਅਸਰ ਪਿਆ। ਗਰੀਬ ਲਾਈਨਾਂ 'ਚ ਲੱਗੇ ਨੇ ਜਿਹੜੇ ਲੋਕ ਨੋਟ ਬਦਲਾਉਣ ਵਾਸਤੇ, ਉੱਥੇ ਕਈ ਜਣਿਆਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਨੇ, ਕਈ ਜਣਿਆਂ ਨੂੰ ਇਹਨਾਂ ਦੇ ਹਾਦਸੇ ਝੱਲਣੇ ਪਏ ਨੇ। ਆਮ ਬੰਦੇ ਨੂੰ ਬੇਸ਼ੱਕ ਕੋਈ ਅਸਰ ਹੋਇਆ ਹੋਵੇ, ਆਮ ਬੰਦੇ ਨੂੰ ਇਹਦਾ ਨੁਕਸਾਨ ਬੇਸ਼ੱਕ ਹੋਇਆ ਹੋਵੇ, ਪਰ ਜਿਹੜੀ ਨੋਟਬੰਦੀ ਹੈ ਮੈਨੂੰ ਹਾਲੇ ਤੱਕ ਉਹਦਾ ਕੋਈ ਫਾਇਦਾ ਨਹੀਂ ਲੱਗਿਆ। ਜੇਕਰ ਤੁਹਾਨੂੰ ਲੱਗਦਾ ਤੁਸੀਂ ਦੱਸ ਦਿਓ ਜੀ। ਕਮਾਨ ਸਾਹਿਬ ਦੇਖੋ, ਫਾਇਦਾ ਤਾਂ ਬਿਲਕੁਲ ਵੀ ਨਹੀਂ, ਕੱਲੀ ਨੋਟਬੰਦੀ ਨਹੀਂ, ਉਸ ਤੋਂ ਬਾਅਦ GST ਲਿਆਂਦੀ ਉਹਨਾਂ ਨੇ ਜੀ। GST ਦਾ ਮਤਲਬ ਇਹ ਹੈ ਟੈਕਸ ਲਾ ਕੇ ਜਿਹੜੀ ਹੈਗੇ ਸੈਂਟਰ ਇਕੱਠੇ ਕਰੇਗੀ। ਇਹਦੇ ਨਾਲ ਤਾਂ ਵੈਸੇ ਹੀ ਜਿਹੜਾ ਸਾਡਾ ਇੱਕ ਸੰਘੀ ਢਾਂਚਾ ਸੀਗਾ, ਸਟੇਟਾਂ ਦੇ ਕੋਲ ਜਿਹੜੀਆਂ ਮਾੜੀਆਂ ਮੋਟੀਆਂ ਪਾਵਰਾਂ ਸੀਗੀਆਂ ਇਕੋਨਮੀ ਦੀਆਂ, ਉਹ ਵੀ ਉਹਨਾਂ ਨੇ ਖਤਮ ਕਰਤੀਆਂ GST ਦੇ ਜਿਹੜਾ ਨਵਾਂ ਟੈਕਸ ਲਾ ਕੇ। ਸੋ ਉਸ ਤੋਂ ਬਾਅਦ ਨਵੇਂ ਕਾਲੇ ਕਾਨੂੰਨ ਇਹ ਲਿਆਂਦੇ। ਜਦੋਂ ਤੁਹਾਨੂੰ ਪਤਾ ਹੈ ਕਿ ਕਰੋਨਾ ਦੇ ਦੌਰ ਦੇ ਵਿੱਚ 45 ਕਾਨੂੰਨ ਜਿਹੜੇ ਨੇ ਰਾਤੋਂ ਰਾਤ ਇਹਨਾਂ ਨੇ ਲਾਗੂ ਕਰਤੇ, ਔਰ ਕਿਸੇ ਨੂੰ ਦੱਸਿਆ ਨਹੀਂ ਹੈ, ਕਿਸੇ ਨੂੰ ਪੁੱਛਿਆ ਨਹੀਂ ਹੈ। ਔਰ ਉਹਦੇ ਨਾਲ ਕੀ ਹੋ ਗਿਆ ਕਿ ਮਜ਼ਦੂਰਾਂ ਦੀ ਮਜ਼ਦੂਰੀ ਘਟਾਤੀ, ਔਰ ਕਿਸਾਨਾਂ ਦੇ ਜਿਹੜੇ 3 ਕਾਲੇ ਕਾਨੂੰਨ ਨੇ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਲਾਗੂ ਕਰਵਾਤੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਮੋਦੀ ਸਰਕਾਰ ਜਿਹੜੀ ਹੈਗੀ ਹੈ ਲਗਾਤਾਰ ਆਪਣੀਆਂ ਨੀਤੀਆਂ ਕਰਕੇ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਮਹਿੰਗਾਈ ਵਧਾ ਰਹੀ ਹੈ, ਔਰ ਉਹਦੇ ਕਰਕੇ ਹੀ ਜਿਹੜਾ ਹੈਗਾ ਸਾਰਾ ਕੁਝ ਵਾਪਰ ਰਿਹਾ ਹੈ। ਸੋ ਇਸ ਕਰਕੇ ਬੁਨਿਆਦੀ ਇਹਦੀ ਜੜ ਜਿਹੜੇ ਆਪਾਂ ਕਹੀਏ ਕਿ ਇਸ ਮਹਿੰਗਾਈ ਦੀ ਜੜ ਸਰਕਾਰ ਦੀਆਂ, ਮੋਦੀ ਸਰਕਾਰ ਨੇ ਜੋ ਨੀਤੀਆਂ ਪਿਛਲੇ 7 ਸਾਲ ਦੇ ਵਿੱਚ ਬਣਾਈਆਂ ਨੇ, ਉਹਨਾਂ ਨੀਤੀਆਂ ਦੇ ਕਰਕੇ। ਉਸ ਤੋਂ ਪਹਿਲਾਂ ਜਿਹੜੀ ਕਾਂਗਰਸ ਦੀ ਸੈਂਟਰ ਦੇ ਵਿੱਚ ਸਰਕਾਰ ਹੁੰਦੀ ਸੀ, ਲਗਭਗ ਉਹੀ ਨੀਤੀਆਂ ਦੇ ਉੱਤੇ ਚੱਲ ਕੇ ਸਗੋਂ ਉਹਨਾਂ ਨੇ ਤਾਂ ਇਸ ਵੇਲੇ ਹਰ ਚੀਜ਼ ਸਰਕਾਰੀ ਜਿਹੜੀ ਸੀਗੀ ਜਿੱਥੋਂ ਸਾਨੂੰ ਰਾਹਤ ਮਿਲਣੀ ਸੀ, ਚਾਹੇ ਉਹ ਜਹਾਜ਼ਾਂ ਦੇ ਅੱਡੇ ਹੋਣ, ਚਾਹੇ ਰੇਲਵੇ ਹੋਵੇ, ਚਾਹੇ ਤੁਸੀਂ ਹੋਰ ਸਾਡੀਆਂ ਪਾਲਿਸੀਆਂ ਨੀਤੀਆਂ ਹੋਣ ਮੁਲਾਜ਼ਮਾਂ ਦੀਆਂ, ਉਹ ਵੀ ਪੈਨਸ਼ਨ ਸਕੀਮ ਉਹਨਾਂ ਨੇ ਬੰਦ ਕਰਤੀ ਹੈ। ਸੋ ਕਹਿਣ ਤੋਂ ਭਾਵ ਹੈ ਵੀ ਹਰ ਚੀਜ਼ ਉਹਨਾਂ ਨੇ ਵੇਚਣ ਤੇ ਲਾ ਰੱਖੀ ਹੈ, ਔਰ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਸਾਰੀ ਚੀਜ਼ ਵੇਚ ਦਿਓ ਤੇ ਅੰਬਾਨੀਆਂ ਅਡਾਨੀਆਂ ਨੂੰ ਦੇ ਦਿਓ, ਔਰ ਆਮ ਲੋਕ ਜਿਹੜੇ ਨੇ ਉਹ ਇੱਦਾਂ ਹੀ ਜੀਂਦੇ ਰਹਿਣ, ਆਮ ਲੋਕ ਇੱਦਾਂ ਹੀ ਵਿਚਾਰੇ ਮਰ ਖੱਪ ਜਾਣ। ਸੋ ਇਹੀ ਪਾਲਿਸੀ ਦੇ ਉੱਤੇ ਮੋਦੀ ਸਰਕਾਰ ਚੱਲ ਰਹੀ ਹੈ ਜੀ। ਤੇ ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਮਹਿੰਗਾਈ ਵੱਧਦੀ ਜਾ ਰਹੀ ਹੈ, ਆਮ ਬੰਦਾ ਜਿਹੜਾ ਕਿ ਉਹਦਾ ਗੁਜ਼ਾਰਾ ਮੁਸ਼ਕਿਲ ਹੋਇਆ ਪਿਆ, ਇਸ ਤਰ੍ਹਾਂ ਫਿਰ ਆਪਣੇ ਦੇਸ਼ ਦਾ ਭਵਿੱਖ ਹੈ, ਜਿਹੜਾ ਲੋਕਾਂ ਦਾ ਭਵਿੱਖ ਹੈ, ਉਹ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਹੈ। ਲੋਕਾਂ ਨੂੰ ਤਾਂ ਆਉਣ ਵਾਲੇ ਸਮੇਂ 'ਚ ਰੋਟੀ ਖਾਣੀ ਮੁਸ਼ਕਿਲ ਹੋ ਜੂਗੀ। ਸੋ ਤੁਸੀਂ ਦੱਸ ਦਿਓ ਕਿ ਤੁਹਾਡੇ ਮੁਤਾਬਕ ਇਸ ਚੀਜ਼ ਦਾ ਹੱਲ ਕੀ ਹੋ ਸਕਦਾ ਹੈ? ਹੱਲ ਕਮਾਨ ਸਾਹਿਬ, ਜਿਵੇਂ ਕਿਸਾਨ ਬੈਠੇ ਨੇ ਜੀ, ਇੱਦਾਂ ਹੀ ਤੁਹਾਨੂੰ ਸੜਕਾਂ ਦੇ ਉੱਤੇ ਬੈਠਣਾ ਪਏਗਾ, ਸੰਘਰਸ਼ ਕਰਨਾ ਪਏਗਾ। ਜਿਸ ਤਰ੍ਹਾਂ ਅੰਗਰੇਜ਼ਾਂ ਤੋਂ ਖਹਿੜਾ ਛੁਡਾਉਣ ਦੇ ਲਈ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਵਰਗੇ ਲੋਕਾਂ ਨੇ ਅੱਗੇ ਆਏ ਸੀਗੇ, ਸ਼ਹੀਦੀਆਂ ਦਿੱਤੀਆਂ ਸੀਗੀਆਂ, ਵੱਡੇ ਜਿਹੜੇ ਸੀਗੇ ਸੰਘਰਸ਼ ਕੀਤੇ ਸੀਗੇ। ਉਸੇ ਤਰ੍ਹਾਂ ਦੇ ਸੰਘਰਸ਼ ਸਾਨੂੰ ਇਸ ਵੇਲੇ ਆਪਣੀਆਂ ਸਰਕਾਰਾਂ ਦੇ, ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿਸਾਨਾਂ ਦਾ ਵੱਡਾ ਸੰਘਰਸ਼ ਇਸ ਵੇਲੇ ਆਪਾਂ ਨੂੰ ਪਤਾ ਹੈ, ਪੂਰੀ ਦੁਨੀਆ ਜਾਣਦੀ ਹੈ ਕਿ ਸਰਕਾਰ ਦੇ ਖਿਲਾਫ ਇਹ ਸੰਘਰਸ਼ ਚੱਲ ਰਿਹਾ ਹੈ। ਸੋ ਇਸ ਤਰ੍ਹਾਂ ਦੇ ਸੰਘਰਸ਼ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕਾਂ ਨੂੰ ਵੀ ਲੜਨੇ ਪੈਣਗੇ। ਜਿੰਨੀ ਦੇਰ ਅਸੀਂ ਸੰਘਰਸ਼ ਨਹੀਂ ਲੜਾਂਗੇ ਉਨੀ ਦੇਰ ਇਹ ਮਹਿੰਗਾਈ ਵੱਧਦੀ ਰਹੇਗੀ। ਸੋ ਇੱਕੋ ਇੱਕ ਇਸ ਵੇਲੇ ਰਸਤਾ ਬਚਦਾ ਹੈ, ਉਹ ਹੈ ਏਕਤਾ। ਸਾਰਿਆਂ ਦੀ ਏਕਤਾ ਹੋਵੇ, ਕਿਸਾਨਾਂ ਦੀ, ਮੁਲਾਜ਼ਮਾਂ ਦੀ, ਵਿਦਿਆਰਥੀਆਂ ਦੀ, ਬਾਕੀ ਜਥੇਬੰਦੀਆਂ ਦੀ, ਉਹਨਾਂ ਦੀ ਏਕਤਾ ਕਰਕੇ ਅਸੀਂ ਸੰਘਰਸ਼ ਦੇ ਰਾਹ ਪਈਏ ਤਾਂ ਜਿਹੜਾ ਹੈਗਾ ਅੱਗੇ ਕੋਈ ਰਸਤਾ ਲੱਭ ਸਕਦਾ ਹੈ। ਜੇ ਇਹ ਨਹੀਂ ਹੁੰਦਾ ਤਾਂ ਇਸੇ ਤਰ੍ਹਾਂ ਮਹਿੰਗਾਈ ਜਿਹੜੀ ਹੈਗੀ ਹੈ ਵੱਧਦੀ ਰਹੇਗੀ, ਔਰ ਲੋਕਾਂ ਦਾ ਕਚੂੰਬਰ ਜਿਹੜਾ ਹੈਗਾ ਨਿਕਲਦਾ ਜਾਏਗਾ ਜੀ। ਡਾਕਟਰ ਸਾਹਿਬ, ਤੁਸੀਂ ਸਾਡੇ ਸਟੂਡੀਓ 'ਚ ਆਏ ਤੇ ਆਪਣਾ ਜਿਹੜਾ ਸਮਾਂ ਆ ਸਾਨੂੰ ਦਿੱਤਾ, ਤੇ ਮਹਿੰਗਾਈ ਦੇ ਮੁੱਦੇ ਤੇ ਜਿਹੜੇ ਆਪਣੇ ਵਿਚਾਰ ਰੱਖੇ ਤੁਸੀਂ, ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਜਾਂ ਫਿਰ ਮਹਿੰਗਾਈ ਨੂੰ ਅਸੀਂ ਕਿਸ ਤਰ੍ਹਾਂ ਮਹਿੰਗਾਈ ਨੂੰ ਦੇਖਦੇ ਹਾਂ, ਸਾਡੇ ਸਮਾਜ ਨੂੰ ਕਿਹੜੇ ਕਦਮ ਚੱਕਣ ਦੀ ਲੋੜ ਹੈ, ਤੁਸੀਂ ਇਹੋ ਜਿਹੇ ਆਪਣੇ ਵਿਚਾਰ ਨੇ ਜਿਹੜੇ ਉਹ ਸਾਡੇ ਨਾਲ ਸਾਂਝੇ ਕੀਤੇ। ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਦੋਸਤੋ, ਇਹ ਸੀ ਜੀ ਡਾਕਟਰ ਭੀਮਿੰਦਰ ਜੀ, ਜਿਹੜੇ ਕਿ ਮਹਿੰਗਾਈ ਦੇ ਮੁੱਦੇ ਤੇ ਆਪਣੇ ਨਾਲ ਵਿਚਾਰ ਸਾਂਝੇ ਕਰ ਰਹੇ ਸੀ ਕਿ ਕਿਸ ਤਰ੍ਹਾਂ ਮਹਿੰਗਾਈ ਹੈ ਜਿਹੜੀ ਸਰਕਾਰਾਂ ਨੀਤੀਆਂ ਬਣਾ ਕੇ ਲੋਕਾਂ ਨੂੰ, ਆਮ ਲੋਕਾਂ ਨੂੰ ਖਤਮ ਕਰਨ ਤੇ ਲੱਗੀਆਂ ਹੋਈਆਂ ਨੇ। ਗਰੀਬ ਬੰਦੇ ਦੀ ਜਿਹੜੀ ਜੇਬ ਹੈ ਉਹਦੇ ਚੋਂ ਹਾਲੇ ਵੀ ਪੈਸੇ ਕੱਢਣ ਤੇ ਲੱਗੀਆਂ ਹੋਈਆਂ ਨੇ, ਪਰ ਗਰੀਬ ਬੰਦਾ ਤੇ ਆਮ ਵਰਗ ਨੇ ਜਿਹੜੇ, ਉਹਨਾਂ ਨੂੰ ਜਾਗਣ ਦੀ ਲੋੜ ਹੈ। ਜੇਕਰ ਜਦੋਂ ਤੱਕ ਆਪਾਂ ਜਾਗਾਂਗੇ ਨਹੀਂ, ਸੰਘਰਸ਼ ਨਹੀਂ ਕਰਾਂਗੇ, ਉਦੋਂ ਤੱਕ ਆਪਾਂ ਇਸ ਮਹਿੰਗਾਈ ਤੇ ਠੱਲ ਨਹੀਂ ਪਾ ਸਕਾਂਗੇ। ਸੋ ਲੋੜ ਹੈ ਸਾਨੂੰ ਸੋਚਣ ਦੀ। ਸੋਚਿਓ ਤੇ ਤੁਹਾਨੂੰ ਅੱਜ ਦੀ ਚਰਚਾ ਇਹ ਕਿਵੇਂ ਲੱਗੀ, ਤੇ ਆਪਣੇ ਵਿਚਾਰ ਨੇ ਜਿਹੜੇ ਉਹ ਕਮੈਂਟ ਬਾਕਸ 'ਚ ਦੇਣੇ ਨਾ ਭੁੱਲਿਓ। ਜੁੜੇ ਰਹੋ ਪੁਆਧੀ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।